बट एंटरटेनमेंट के दौरान सानू गालां कड्ढण या कोई माड़ा शब्द वरतन मैनू नहीं, ये किसी भी कम्यूनिटी को, किसी धर्म को, किसी व्यक्ति विशेष को वो बर्दाश्त नहीं की जाएगी। ये क्लीयर मैसेज है आने वाली पीढ़ी लिए भी, तो हुण दे जिहड़े सो कॉल्ड अपने आप को गायक कहते हैं वड्डे वड्डे, पर इन्हों नकेल पाने वाला कोई तो चाहिए ना, कोई तो इन्हों यू टर्न मरवावे। सो यू टर्न मराने की तैयारी है जी हुण इन्हों की, कि प्यार ना मान जाएंगे चंगे रहणगे, नहीं मनणगे तो फिर ਚੱਕੀ ਉਹ ਵਕੀਲ ਫਿਰਦੇ, ਸੋਹਣੀ ਉਹ ਤਾਂ ਰਫਲ ਦੇ ਖੋਖੇ। ਸੋ ਅੱਜ ਖੋਖੇ ਬੋਲੇ ਨੇ, ਵੇਖੋ ਖੋਖੇ ਕਿਸ ਭਾਅ ਪੈਂਦੇ ਨੇ ਇਹਨਾਂ ਨੂੰ। ਵੱਡਾ ਚੈਲੰਜ ਨਹੀਂ ਲੱਗਦਾ ਕਿ ਇਸ ਸਮੇਂ ਮਨਕੀਰਤ ਔਲਖ ਵਿਦੇਸ਼ ਦੇ ਵਿੱਚ ਬੈਠੇ ਹੋਏ ਨੇ ਤੇ ਤੁਸੀਂ ਇਹ ਚੰਡੀਗੜ੍ਹ ਦੇ ਵਿੱਚ, ਚਾਹੇ ਚੂਹੇ ਦੀ ਖੁੱਡ 'ਚ ਜਾ ਕੇ ਲੁਕ ਜੇ, ਭਾਵੇਂ ਸ਼ੇਰ ਦੀ ਖੁੱਡ 'ਚ ਲੁਕ ਜੇ। ਹੁਣੇ ਆ ਪਿੱਛੇ ਸਿਮਰਨਜੀਤ ਮਾਨ ਨੇ ਬੋਲਿਆ, ਉਹਦੀ ਤਿਆਰੀ ਹੈ ਮੇਰੀ ਉੱਥੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਾਉਣ ਦੀ। ਸਾਡੇ ਸ਼ਹੀਦ ਭਗਤ ਸਿੰਘ ਨੂੰ ਉਹਨੇ ਟੈਰਰਿਸਟ ਕਿਹਾ, ਇਹਨੂੰ ਮੈਂ ਦੱਸੂਗਾ ਕੀ ਮਤਲਬ ਹੁੰਦਾ ਇਹਦਾ, ਔਰ ਮਹਿੰਗਾ ਪੈਣਾ ਇਹਨੂੰ। ਹੋਏਗਾ ਐਮਪੀ ਆਪਣੇ ਘਰ ਹੋਏਗਾ, ਮੇਰੇ ਤੇ ਕੋਈ ਭਾਅ ਨਹੀਂ ਇਹਦਾ। ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਤੁਹਾਡੇ ਨਾਲ ਨਵਦੀਪ ਮਾਨ। ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ। ਉਹ ਵਾਧਾ ਇਸ ਕਰਕੇ ਹੋ ਸਕਦਾ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੁਨੀਲ ਮੱਲਨ ਹੋਰਾਂ ਦੇ ਵੱਲੋਂ ਅੱਜ ਚੰਡੀਗੜ੍ਹ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਹੈ। ਕੀ ਕੁਝ ਖਾਸ ਰਿਹਾ, ਗੱਲਬਾਤ ਕਰਨ ਲਈ ਸਾਡੇ ਨਾਲ ਸੁਨੀਲ ਮੱਲਨ ਜੁੜੇ ਨੇ। ਮੱਲਨ ਸਾਹਿਬ, ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ ਕਿ ਕੀ ਮਾਮਲਾ ਹੈ ਤੇ ਕੀ ਅੱਜ ਦੀ ਸੁਣਵਾਈ ਦੇ ਵਿੱਚ ਕੀ ਕੁਝ ਖਾਸ ਰਿਹਾ। ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰ ਰਹੀ, ਮੈਂ ਸੀਨੀਅਰ ਵਕੀਲ ਨਹੀਂ, ਮੈਂ ਛੋਟਾ ਜਿਹਾ ਵਕੀਲ ਜੇ, ਐਵੇਂ ਨਾ ਸੀਨੀਅਰ ਕਹਿ ਕੇ ਬਣਾ ਦਿਓ। ਪਰ ਜਿਸ ਤਰ੍ਹਾਂ ਤੁਸੀਂ ਵੱਡੇ ਚਾਹੇ ਉਹ ਲਾਪ੍ਰਿਤ ਬੇਅੰਤ ਦਾ ਕੇਸ ਹੋਵੇ, ਸਿੱਧੂ ਮੂਸੇਵਾਲਾ ਦਾ ਕੇਸ ਹੋਵੇ, ਤਾਂ ਸੀਨੀਅਰ ਵਕੀਲ ਹੀ ਮੰਨੇ ਜਾਂਦੇ। ਨਹੀਂ, ਚਲੋ ਤੁਹਾਨੂੰ ਅਗਲੇ ਟਾਈਮ ਤੇ ਮੈਂ ਤੁਹਾਨੂੰ ਬਹੁਤ ਜਲਦੀ ਹਰ ਚਰਨ ਕੇਸ ਦੀ ਵੀ ਅਪਡੇਟ ਦੇਣਾ। ਉਹਦੇ 'ਚ ਨਾਰਕੋ ਟੈਸਟ ਵਗੈਰਾ ਦੇ ਉੱਤੇ ਕੁਝ ਗੱਲਾਂ ਬਾਤਾਂ ਹੋਈਆਂ, ਪਰ ਅੱਜ ਦੇ ਮੁੱਦੇ ਤੇ ਗੱਲ ਕਰੀਏ। ਅੱਜ ਦੇ ਮਾਮਲੇ ਦੇ ਵਿੱਚ ਸਭ ਇਹੀ ਜਾਣਨਾ ਚਾਹਾਂਗੇ ਕਿ ਇਹ ਸਾਰਾ ਮਾਮਲਾ ਕੀ ਹੈ। ਪਹਿਲਾਂ ਤਾਂ ਮਾਮਲਾ ਇਸ ਤਰ੍ਹਾਂ ਹੈ ਕਿ ਇਹ ਐਂਟਰਟੇਨਿੰਗ ਏਜੰਸੀ ਹੈ, ਇੱਕ ਟੀਮ ਹੈ, ਔਰ ਇਹ ਲੋਕ ਐਂਟਰਟੇਨ ਸਾਨੂੰ ਕਰਦੇ ਰਹਿਣ, ਸਾਨੂੰ ਕੋਈ ਇਤਰਾਜ਼ ਨਹੀਂ ਇਹਨਾਂ ਤੋਂ। ਸਾਨੂੰ ਖੁਸ਼ੀ ਹੋਏਗੀ ਕਿ ਚਲੋ ਐਂਟਰਟੇਨ ਕਰ ਰਹੇ ਹੋ, ਬਟ ਐਂਟਰਟੇਨਮੈਂਟ ਦੇ ਦੌਰਾਨ ਸਾਨੂੰ ਗਾਲਾਂ ਕੱਢਣ ਜਾਂ ਕੋਈ ਮਾੜਾ ਸ਼ਬਦ ਵਰਤਨ ਮੈਨੂੰ ਨਹੀਂ, ਇਹ ਕਿਸੇ ਵੀ ਕਮਿਊਨਿਟੀ ਨੂੰ, ਕਿਸੇ ਧਰਮ ਨੂੰ, ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਹ ਕਲੀਅਰ ਮੈਸੇਜ ਹੈ ਆਉਣ ਵਾਲੀ ਪੀੜ੍ਹੀ ਲਈ ਵੀ, ਤੇ ਹੁਣ ਦੇ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਗਾਇਕ ਕਹਿੰਦੇ ਨੇ ਵੱਡੇ ਵੱਡੇ, ਇਹਨਾਂ ਸਾਰਿਆਂ ਲਈ। ਪਰ ਇਹਨਾਂ ਨੂੰ ਨਕੇਲ ਪਾਉਣ ਵਾਲਾ ਕੋਈ ਤਾਂ ਚਾਹੀਦਾ ਨਾ, ਕੋਈ ਤਾਂ ਇਹਨਾਂ ਦਾ ਯੂ ਟਰਨ ਮਰਵਾਵੇ। ਸੋ ਯੂ ਟਰਨ ਮਰਾਉਣ ਦੀ ਤਿਆਰੀ ਹੈ ਜੀ ਹੁਣ ਇਹਨਾਂ ਦੀ, ਕਿ ਪਿਆਰ ਨਾ ਮੰਨ ਜਾਣਗੇ ਚੰਗੇ ਰਹਿਣਗੇ, ਨਹੀਂ ਮੰਨਣਗੇ ਤੇ ਫਿਰ। ਬਿਲਕੁਲ ਮੱਲਨ ਸਾਹਿਬ, ਉਹ ਕਿਹੜਾ ਗੀਤ ਹੈ ਤੇ ਕਿਹੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਤੁਸੀਂ ਅੱਜ ਪਟੀਸ਼ਨ ਦਾਇਰ ਕੀਤੀ ਤੇ ਸੁਣਵਾਈ ਹੋਈ? ਗੀਤ ਹੈ 8 ਰਫਲਾ। ਉਹਦੇ ਵਿੱਚ ਗੁਰਲੇਜ ਅਖਤਰ ਨਾਲ ਕੀ ਮਸਲਾ ਵਾਲਾ ਗਾਣਾ, ਉਹਦੇ ਵਿੱਚ ਬੋਲਦਾ ਗਾਣਾ ਕਿ ਚੱਕੀ ਉਹ ਵਕੀਲ ਫਿਰਦੇ, ਸੋਹਣੀ ਉਹ ਤਾਂ ਰਫਲ ਦੇ ਖੋਖੇ। ਸੋ ਅੱਜ ਖੋਖੇ ਬੋਲੇ ਨੇ, ਹੁਣ ਵੇਖੋ ਖੋਖੇ ਕਿਸ ਭਾਅ ਪੈਂਦੇ ਨੇ ਇਹਨਾਂ ਨੂੰ। ਕੀ ਕੁਝ ਖਾਸ ਰਿਹਾ ਅੱਜ ਦੀ ਸੁਣਵਾਈ 'ਚ? ਨਹੀਂ, ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਮਾਨਯੋਗ ਅਦਾਲਤ ਨੇ ਮੇਰੀ ਪਟੀਸ਼ਨ ਅਸੈਪਟ ਕੀਤੀ ਹੈ ਜੀ। ਅਸੈਪਟ ਕਰਨ ਤੋਂ ਬਾਅਦ ਨੋਟਿਸ ਕੀਤਾ। ਆਈ ਐਮ ਥੈਂਕਫੁਲ ਟੂ ਦਾ ਜੁਡੀਸ਼ੀਅਲ ਸਿਸਟਮ ਕਿ ਉਹਨਾਂ ਨੂੰ ਲੱਗਾ ਕਿ ਉਹਨਾਂ ਪ੍ਰਾਈਮਾ ਫਸਾਈ ਕਿ ਮੇਰੇ ਕੇਸ 'ਚ ਕੋਈ ਦਮ ਹੈਗਾ, ਤੇ ਉਸ ਕਰਕੇ ਹੁਣ ਉਹਦਾ ਪ੍ਰੋਸੀਜਰ ਚੱਲੇਗਾ। ਦੂਜੀ ਪਾਰਟੀ ਨੂੰ ਨੋਟਿਸ ਹੋਏਗਾ, ਪਹਿਲਾ ਪ੍ਰੋਸੀਜਰ ਨੋਟਿਸ ਦਾ, ਜਦੋਂ ਪਾਰਟੀਆਂ ਅਪੀਅਰ ਹੋ ਜਾਣਗੀਆਂ ਜਾਂ ਐਕਸ ਪਾਰਟੀ ਹੋ ਜਾਣਗੀਆਂ, ਫਿਰ ਐਵੀਡੈਂਸ ਤੇ ਲੱਗੇਗਾ। ਐਵੀਡੈਂਸ ਤੋਂ ਬਾਅਦ ਐਂਡ ਉਹਨਾਂ ਦੀ ਐਵੀਡੈਂਸ ਹੋਏਗੀ, ਹੁਣ ਤੋਂ ਬਾਅਦ ਕੇਸ। ਮੱਲਨ ਸਾਹਿਬ, ਇਸ ਪਟੀਸ਼ਨ ਦੇ ਵਿੱਚ ਇਕੱਲੇ ਮਨਕੀਰਤ ਔਲਖ ਦਾ ਨਾਮ ਸ਼ਾਮਿਲ ਹੈ ਕਿਉਂਕਿ ਇਹ ਜਿਹੜੇ ਲਫ਼ਜ਼ਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਜੋ ਬੋਲੇ ਗਏ ਨੇ ਗੀਤ ਦੇ ਵਿੱਚ, ਉਹ ਗੁਰਲੇਜ ਅਖਤਰ ਦੇ ਵੱਲੋਂ ਬੋਲੇ ਗਏ ਨੇ। ਹਾਂਜੀ, ਗੁਰਲੇਜ ਅਖਤਰ ਵੀ ਇਹਦੇ 'ਚ ਪਾਰਟੀ ਹੈ, ਮਨਕੀਰਤ ਔਲਖ ਪਾਰਟੀ ਹੈ। ਫਿਰ ਇਹ ਦੇਖੋ, ਮੈਂ ਤੁਹਾਨੂੰ ਦਿਖਾਣਾ ਸਾਰੇ ਹੀ। ਇਹ ਮੇਰਾ 15 ਮਈ 21 ਦਾ ਨੋਟਿਸ ਹੈ। ਸ਼੍ਰੀ ਬਰਾੜ ਪਵਨਦੀਪ ਸਿੰਘ ਜਿਹਨੂੰ ਕਹਿੰਦੇ ਨੇ, ਲਿਰਿਕਸ ਜਿਹਨੇ ਦਿੱਤਾ ਸੀ, ਇਹ ਵੀ ਸਰਾ। ਫਿਰ ਉਸ ਤੋਂ ਬਾਅਦ ਡਾਇਰੈਕਟਰ ਹੈ ਆਪਣਾ ਮਾਹੀ ਸਿੱਧੂ ਤੇ ਜੋਬਨ ਸਿੱਧੂ। ਫਿਰ ਇੱਧਰ ਆ ਜਾਓ, ਸੰਧੂ ਵਾਟਐਵਰ, ਮੈਨੂੰ ਤਾਂ ਨਾਮ ਹੀ ਨਹੀਂ ਪਤਾ ਇਹਨਾਂ ਦੇ। ਫਿਰ ਜਗਜੀਤ ਸਿੰਘ, ਇਹ ਮੇਰੇ ਜੋ ਜੂਨੀਅਰ ਬੱਚੇ ਨੇ ਜੀ, ਉਹ ਸਭ ਕੁਝ ਕਰਦੇ ਆ। ਮੇਰਾ ਤਾਂ ਨਾਂ ਲਿਖ ਦਿੰਦੇ ਕਿ ਸਰ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ, ਸਾਨੂੰ ਡਰ ਲੱਗਦਾ। ਤੇ ਤੇਜਵੀਰ ਸਿੰਘ ਹੈ, ਖੁਸ਼ਹਾਲ ਹੈ, ਪੋਸਟਰ ਬਾਈ ਗੈਰੀ ਨਵਾਬ ਹੈ, ਸਾਰੇ ਬੰਦੇ ਨੇ। ਗਾਣਾ YouTube, ਸਾਰੀ ਟੀਮ ਹੈ, ਸਾਰੀ ਟੀਮ ਹੈ ਜੀ, ਪੂਰੀ ਦੀ ਪੂਰੀ। ਹੋਰ ਵੀ ਮੈਂ ਤੇ ਇਹਦੇ 'ਚ ਵੀ ਲਿਖਿਆ ਅਨਨੇਮਡ ਕਰੂ ਮੈਂਬਰਸ। ਜੇ ਕੋਈ ਮੇਰੇ ਕੋਲ ਛੁੱਟ ਗਿਆ ਹੋਵੇ ਤੇ ਜਦੋਂ ਮੇਰੇ ਸਾਹਮਣੇ ਆਏਗਾ ਤੇ ਲੇਟਰ ਔਨ ਮੈਂ ਉਹਨੂੰ ਵੀ ਕਹਾਂਗਾ ਆ ਜਾ ਕਾਕਾ। ਇਸ ਮਾਮਲੇ ਦੇ ਵਿੱਚ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ? ਬਹੁਤ ਸਾਰੀਆਂ ਲੱਗੀਆਂ, ਆਹ ਦਿਖਦੀਆਂ ਪਈਆਂ ਤੁਹਾਨੂੰ। ਇਹ ਅੱਧੀ IPC ਛਾਪ ਛੱਡੀ ਅਸੀਂ, ਦੇਸ਼ ਧਰੋਹ ਤੋਂ ਲੈ ਕੇ ਡੈਫੇਮੇਸ਼ਨ ਤੋਂ ਲੈ ਕੇ ਹਰ ਤਰ੍ਹਾਂ ਦਾ ਇਹਦੇ 'ਚੋਂ ਧਾਰਾ ਹੈ ਜਿਹੜੀ ਅਸੀਂ ਮੰਗ ਕੀਤੀ ਹੈ। ਪਰ ਜਿਹੜੇ ਇਹਦੇ 'ਚ ਸਵਾਲ ਨੇ, ਆਹ ਦੇਖੋ ਜੀ, ਗਾਣਾ ਗਾਇਆ ਗੁਰਲੇਜ ਅਖਤਰ ਕਹਿੰਦੀ ਚੱਕੀ ਉਹ ਵਕੀਲ ਫਿਰਦੇ, meaning advocates are so cheap that they can, any Tom, Dick and Harry can pick them up as per their own choice and wish. ਅਤੇ ਮਨਕੀਰਤ ਵਾਲਾ ਕਹਿੰਦਾ ਉਹ ਤਾਂ ਸੋਹਣੀ ਰਫਲ ਦੇ ਖੋਖੇ, which simply means that advocates are useless ਜਾਂ
blank shells or bullets, meaning thereby they are waste and useless. ਪਰ ਇਹ ਗੱਲ ਮੈਂ ਦੱਸ ਦਿਆਂ, ਚੱਲਿਆ ਰਫਲ ਦਾ ਖੋਖਾ ਵੀ 302 ਲਵਾ ਦਿੰਦਾ, ਬਚ ਕੇ ਰਿਓ ਮੇਰੇ ਕੋਲੋਂ। ਪਰ ਮੱਲਨ ਸਾਹਿਬ ਇਸ ਬਾਬਤ ਤੁਸੀਂ 2021 ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ ਜੀ, ਉਦੋਂ ਇਹਨੂੰ ਨੋਟਿਸ ਪਾਇਆ ਸੀ। ਜੀ, ਉਹਦਾ ਕੀ ਜਵਾਬ ਆਇਆ ਸੀ? ਕੁਝ ਵੀ ਨਹੀਂ, ਗਲਤ ਮਲਤ ਜਾ ਕੇ ਨਿੱਕਾ ਜਿਹਾ ਜਵਾਬ ਆਇਆ। ਇਨਡਾਇਰੈਕਟਲੀ ਉਹਨੂੰ ਮੈਂ ਐਡਮਿਸ਼ਨ ਕਹੂੰਗਾ ਕਿ ਐਡਮਿਟ ਕਰ ਗਏ ਸੀ। ਮੈਡਮ ਬੜੀ ਸਿੰਪਲ ਜੀ ਗੱਲ ਹੈ, ਤੁਸੀਂ ਦੱਸੋ ਇਹ ਗੱਲਾਂ ਤੁਸੀਂ ਸੁਣੀਆਂ ਕਿ ਨਹੀਂ ਸੁਣੀਆਂ ਗਾਣੇ 'ਚ? ਆ ਜਿੰਨੇ ਆਪਣੇ 10-20 ਜਾਣੇ ਬੈਠੇ ਇਹਨਾਂ ਨੂੰ ਸਾਰਿਆਂ ਨੂੰ ਪੁੱਛ ਲਓ, ਕਿੱਥੋਂ ਮੁੱਕਰਨਗੇ? ਨਹੀਂ ਮੁੱਕਰ ਸਕਦੇ। ਇਹ ਜੱਗ ਜ਼ਾਹਰ ਗੱਲ ਹੈ, ਸੱਚਾਈ ਹੈ, ਲਿਰਿਕਸ ਹੈ। ਤੁਸੀਂ ਹਟਾ ਵੀ ਦਿਓ, ਮੇਰੇ ਕੋਲ ਪੈਨ ਡਰਾਈਵ 'ਚ ਹੈ, ਕਿੱਥੇ ਜਾਓਗੇ? ਲਿਰਿਕਸ ਦੀ ਮੈਂ ਕਾਪੀ ਕੀਤੀ ਹੋਈ ਹੈ, ਤੁਹਾਨੂੰ ਵਿਖਾ ਦਿੰਦਾ। ਲਿਰਿਕਸ ਵੀ ਇਹਨਾਂ ਦੇ ਆਨਲਾਈਨ ਅਵੇਲੇਬਲ ਨੇ। ਉਹ ਤੇ ਹੁਣ ਮੈਂ ਇਹਨਾਂ ਨੂੰ ਐਪਲੀਕੇਸ਼ਨ ਦੇਣੀ ਕੋਰਟ ਨੂੰ, ਸਰਟੀਫਾਈਡ ਕਾਪੀਆਂ ਇਹਨਾਂ ਕੋਲੇ ਮੰਗਣੀਆਂ, ਬਿਕੋਜ਼ ਦੇ ਆਰ ਦਾ ਕਸਟੋਡੀਅਨ ਆਫ ਦੈਟ ਲਿਰਿਕਸ। ਤੇ ਮੈਂ ਕੋਰਟ ਨੂੰ ਅਗਲੀ ਡੇਟ ਤੇ ਜਦੋਂ ਪੇਸ਼ ਹੋ ਗਏ ਕਿ ਐਪਲੀਕੇਸ਼ਨ ਦੇਣੀ ਹੈ, ਸਭ ਤੋਂ ਪਹਿਲਾਂ ਇਹਨਾਂ ਕੋਲ ਲਿਰਿਕਸ, ਮਿਊਜ਼ਿਕ ਤੇ ਉਹ ਸੀਡੀ ਡਰਾਈਵਾਂ, ਪੈਨ ਡਰਾਈਵਾਂ, ਇਹਨਾਂ ਨੂੰ ਕਹੋ ਵੀ ਇੱਥੇ ਪਲੇਸ ਔਨ ਰਿਕਾਰਡ ਕਰੋ। ਦੈਟ ਇਜ਼ ਮਾਈ ਐਵੀਡੈਂਸ। ਇੱਕ ਦਿਨ ਦੀ ਮੇਰੀ ਐਵੀਡੈਂਸ ਹੈ, ਜਿੱਦਨ ਉਹ ਐਵੀਡੈਂਸ ਕੰਪਲੀਟ ਹੋ ਗਈ ਇਹਨਾਂ ਕੋਲ ਡਿਫੈਂਸ ਕੀ ਬਚਣਾ? ਕੁਝ ਵੀ ਨਹੀਂ। ਪਰ ਮੱਲਨ ਸਾਹਿਬ ਵੱਡਾ ਚੈਲੰਜ ਨਹੀਂ ਲੱਗਦਾ ਕਿ ਇਸ ਸਮੇਂ ਮਨਕੀਰਤ ਔਲਖ ਵਿਦੇਸ਼ ਦੇ ਵਿੱਚ ਬੈਠੇ ਹੋਏ ਨੇ ਤੇ ਤੁਸੀਂ ਇਹ ਚੰਡੀਗੜ੍ਹ ਦੇ ਵਿੱਚ ਕੋਸ ਚਾਹੇ ਚੂਹੇ ਦੀ ਖੁੱਡ 'ਚ ਜਾ ਕੇ ਲੁਕ ਜੇ, ਭਾਵੇਂ ਸ਼ੇਰ ਦੀ ਖੁੱਡ 'ਚ ਲੁਕ ਜੇ, यानी वापस पंजाब चले आओ। कानून के हाथ बहुत लंबे हैं कालिया, गिरेबान तक पहुंच जाते हैं। ਮਲਨ ਸਾਹਿਬ ਇੱਕ ਸਵਾਲ ਮੇਰਾ ਇਹ ਵੀ ਹੈ, ਇਸ ਤੋਂ ਪਹਿਲਾਂ ਤੁਸੀਂ ਸਿੱਧੂ ਮੂਸੇਵਾਲਾ ਦੇ ਸੰਜੂ ਗੀਤ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ, ਹੁਣ ਮਨਕੀਰਤ ਔਲਖ ਦੇ ਗੀਤ ਨੂੰ ਲੈ ਕੇ ਮੱਲਨ ਸਾਹਿਬ ਦੇ ਟਾਰਗੇਟ ਦੇ ਉੱਤੇ ਹਮੇਸ਼ਾ ਇਹ ਸਿੰਗਰ ਹੀ ਕਿਉਂ? नहीं बाकी लोग भी ने, देखो मेरे को बड़ा काम है होर भी, और मैं वो भी काम करना है। ਜਦੋਂ ਕੋਈ 2-4 ਛੁੱਟੀਆਂ ਆਉਂਦੀਆਂ, ਛੁੱਟੀਆਂ ਦੇ ਵਿੱਚ ਸੋਚੀਦਾ ਵੀ ਹੁਣ ਕੀ ਕਰੀਏ, ਉਦੋਂ ਜਿਹੜੇ ਮੇਰੇ ਜੂਨੀਅਰਸ ਨੇ ਉਹ ਕੋਈ ਨਾ ਕੋਈ ਇਹੋ ਜਿਹਾ ਮੈਨੂੰ ਬੰਬ ਫੜਾ ਦਿੰਦੇ ਨੇ ਕਿ ਸਰ ਦੇਖੋ ਆ ਕੀ ਗਲਤ ਹੋ ਰਿਹਾ ਕੰਮ। ਤੇ ਮੈਂ ਤਾਂ ਉਹਨਾਂ ਨੂੰ ਦਲੇਰੀ ਦਿੰਦਾ ਕਿ ਮੈਂ ਆਪਣੀ ਪਟੀਸ਼ਨ ਆਪਣੇ ਵੱਲੋਂ, ਨਾਮ ਮੇਰਾ ਪਰ ਹੀ ਇਜ਼ ਮਾਈ ਐਡਵੋਕੇਟ, ਮਾਈ ਜੂਨੀਅਰ, ਮਾਈ ਐਸੋਸੀਏਟ। ਇਹਨਾਂ ਨੇ ਕੇਸ ਤਿਆਰ ਕੀਤਾ, ਇਹਨਾਂ ਨੇ ਪਾਇਆ ਔਰ ਇਹਨਾਂ ਨੇ ਉਸ ਚੀਜ਼ ਨੂੰ ਸਮਝਿਆ। ਸੋ ਮੇਰੀ ਟੀਮ ਵੀ ਨਾਲ ਤਿਆਰ ਹੋ ਰਹੀ। ਨੋਟ ਓਨਲੀ ਗਾਇਕ, ਜਿੰਨੇ ਵੀ ਇਹੋ ਜਿਹੇ ਲੋਕ ਨੇ ਜੋ ਕੁਝ ਗਲਤ ਬੋਲਦੇ ਨੇ, ਹੁਣੇ ਆ ਪਿੱਛੇ ਸਿਮਰਨਜੀਤ ਮਾਨ ਨੇ ਬੋਲਿਆ, ਉਹਦੀ ਤਿਆਰੀ ਹੈ ਮੇਰੀ ਉਹ ਤੇ ਦੇਸ਼ਦਰੋਹ ਦਾ ਮੁਕੱਦਮਾ ਦਰਜ ਕਰਾਉਣ ਦੀ। ਕਿਹੜੇ ਸ਼ਬਦਾਂ ਨੂੰ ਲੈ ਕੇ, ਕਿਹੜੇ ਬਿਆਨ ਨੂੰ ਲੈ ਕੇ? ਸਾਡੇ ਸ਼ਹੀਦ ਭਗਤ ਸਿੰਘ ਨੂੰ ਉਹਨੇ ਟੈਰਰਿਸਟ ਕਿਹਾ। ਇਹਨੂੰ ਮੈਂ ਦੱਸੂਗਾ ਕੀ ਮਤਲਬ ਹੁੰਦਾ ਇਹਦਾ, ਔਰ ਮਹਿੰਗਾ ਪੈਣਾ ਇਹਨੂੰ। ਹੋਏਗਾ ਐਮਪੀ ਆਪਣੇ ਘਰ ਹੋਏਗਾ, ਮੇਰੇ ਤੇ ਕੋਈ ਭਾਅ ਨਹੀਂ ਇਹਦਾ। ਵਕੀਲ ਕਮਿਊਨਿਟੀ ਦੇ ਉੱਤੇ ਐਮਪੀ ਨਹੀਂ ਹੋ ਸਕਦਾ। ਸਾਡੇ ਕੋਲ ਪਾਵਰ ਹੈ ਇਹਨੂੰ ਅਦਾਲਤ 'ਚ ਘਸੀਟਣ ਦੀ, ਔਰ ਇਹਨੂੰ ਲੋੜ ਪਈ ਤੇ ਇਹਨੂੰ ਮੈਂ ਸੱਦੂਗਾ, ਮਾਨਯੋਗ ਅਦਾਲਤ ਨੂੰ ਸੈਟੀਸਫਾਈ ਕਰੂੰਗਾ, ਔਰ ਮਾਨਯੋਗ ਅਦਾਲਤ ਇਹਨੂੰ ਫੜ ਕੇ ਲਿਆਉਣ ਦੇ ਹੁਕਮ ਦੇਗੀ। ਟਾਈਮ ਆਉਣ ਦਿਓ। ਉਹੀ ਗੱਲ ਹੈ ਕਿ ਹੁਣ ਮੈਂ ਇੱਕ ਇਕੱਲਾ ਵਿਚਾਰਾ ਬੰਦਾ, ਘਰ ਦੀ ਰੋਟੀ ਵੀ ਕਮਾਉਣੀ ਹੈ, ਕਿਰਾਏ ਵੀ ਦੇਣੇ ਆ, ਕਈ ਕੁਝ ਕਰਨਾ ਹੈ, ਔਰ ਜਾਣਾ ਵੀ ਹੈ। ਕਦੀ ਮੈਂ ਕਿਤੇ ਜਾਣਾ, ਕਦੀ ਕਿਤੇ ਜਾਣਾ। ਜਦੋਂ ਵਿੱਚੋਂ ਟਾਈਮ ਮਿਲਦਾ 2-2 4-4 ਲਾਣਾ ਲਿਖੀ ਜਾਣਾ। ਜਦੋਂ ਫਿਰ ਮੇਰਾ ਲੱਗਦਾ ਕਿ ਹੁਣ ਮੈਨੂੰ ਲੱਗਦਾ ਵੀ ਇਹ ਪਟੀਸ਼ਨ ਕੰਪਲੀਟ ਹੈ, ਤੇ ਲਵ ਲੈਟਰ ਭੇਜ ਦਿੰਦੇ ਅਸੀਂ। ਹੁਣ ਇਹ ਲਵ ਲੈਟਰ ਮੇਰੀ ਜਾਣੀ ਹੈ ਹੁਣੇ ਪੁਲਿਸ ਨੂੰ ਵੀ ਇਹਦੇ ਖਿਲਾਫ FIR ਦਰਜ ਕਰੋ। ਹਾਊ ਹੀ ਕੈਨ ਸਪੀਕ ਅਟਰ ਥੀਸ ਕਾਈਂਡ ਆਫ ਵਰਡ, ਜਿਹਨੂੰ ਅਸੀਂ ਆਪਣੀ ਆਜ਼ਾਦੀ ਦਾ ਮੋਢੀ ਕਹਿੰਦੇ ਆ, ਜਿਹਦੇ ਕਰਕੇ ਆਜ਼ਾਦੀ ਮਿਲੀ ਹੈ। ਬੇਸ਼ੱਕ ਉਦੋਂ ਦੇ ਹੁਕਮਰਾਨਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਚਾਹੇ ਉਹ ਮਹਾਤਮਾ ਗਾਂਧੀ ਸੀ ਤੇ ਚਾਹੇ ਕੋਈ ਹੋਰ ਸੀ। ਉਹਨਾਂ ਨੇ ਆਪਣੇ ਲਾਲਚ ਕਰਕੇ ਕਿ ਜੇ ਬਚ ਗਿਆ ਪ੍ਰਧਾਨ ਮੰਤਰੀ ਇਹਨੂੰ ਨਾ ਬਣਾਉਣਾ ਪੈ ਜਾਏ, ਜਦ ਕਿ ਉਹਦੇ ਸ਼ਾਇਦ ਉਹਦੀ ਮੈਨੂੰ ਬਚਪਨ ਦੀ ਮੈਂ ਬੜੀ ਉਹਦੀ ਸਟੋਰੀ ਪੜ੍ਹਦਾ, ਉਹ ਲੱਕੜਾਂ ਕੱਟ ਕੇ ਬੋਂਦਾ ਸੀ। ਉਹਦੇ ਘਰਦਿਆਂ ਨੇ ਪੁੱਛਿਆ ਪੁੱਤ ਕੀ ਕਰਦਾ, ਕਹਿੰਦਾ ਮੈਂ ਬੰਦੂਕਾਂ ਬੋਲਣਾ ਪਿਆ, ਵੱਡੀਆਂ ਹੋ ਕੇ ਵੱਡੇ ਬਣ ਜਾਣੀਆਂ ਵੱਡੀਆਂ ਬੰਦੂਕਾਂ। ਦੇਸ਼ ਨੂੰ ਆਜ਼ਾਦ ਕਰਾਉਣ ਦਾ ਬਚਪਨ ਤੋਂ ਜਜ਼ਬਾ ਸੀ ਉਹਦੇ 'ਚ। ਤੇ ਉਹੋ ਜਿਹੇ ਬੰਦੇ ਵਾਸਤੇ ਇਹੋ ਜਿਹੇ ਘਟੀਆ ਸ਼ਬਦ ਵਰਤਦੇ ਨੇ, ਮੈਨੂੰ ਤਾਂ ਇਹਨਾਂ ਦੀ ਸ਼ਬਦਾਵਲੀ ਦਾ ਨਹੀਂ ਪਤਾ ਲੱਗਦਾ ਵੀ ਬੋਲਦੇ ਕਿੱਥੋਂ ਨੇ, ਔਰ ਇਟ ਵਿਲ ਬੀ ਲੈਸਨ ਟੂ ਹਿਮ ਔਰ ਐਨੀਬਡੀ ਐਲਸ। ਬਿਲਕੁਲ ਮੱਲਨ ਸਾਹਿਬ, ਇਸ ਪਟੀਸ਼ਨ ਦੇ ਵਿੱਚ ਤੁਸੀਂ ਕੀ ਕਾਰਵਾਈ ਦੀ ਮੰਗ ਕੀਤੀ ਹੈ? ਮੈਂ ਇੱਕ ਪਟੀਸ਼ਨ ਦੀ ਮੰਗ ਕੀਤੀ ਹੈ ਕਿ ਕਿਤੇ ਇਹਨਾਂ ਖਿਲਾਫ FIR ਕਰ ਦਿਓ, ਜਿਹੜਾ ਪੈਸਾ ਇਹਨਾਂ ਨੇ ਕਮਾਇਆ ਉਹ ਕਿਸੇ ਵੀ ਵੈਲਫੇਅਰ ਫੰਡ 'ਚ ਜਮ੍ਹਾਂ ਕਰਾ ਦਿਓ, ਤੇ ਪਲੱਸ ਇਹ ਗਾਣਾ ਰਿਵੋਕ ਕਰ ਦਿੱਤਾ ਜਾਵੇ ਫਰੋਮ ਆਲ ਮੀਡੀਆਸ। ਔਰ ਉਹਦੇ ਲਈ ਮੈਂ ਜਿਹੜੇ ਵੀ ਰਿਕੁਐਸਟਡ ਰਿਸਪੈਕਟਡ ਡਿਪਾਰਟਮੈਂਟ ਉਹਨਾਂ ਨੂੰ ਵੀ ਨਾਲ ਪਾਰਟੀ ਰੱਖ ਕੇ ਕਿਹਾ ਵੀ ਇਹਨਾਂ ਕੋਲੋਂ ਵਾਪਸ ਲਿਆ ਜਾਵੇ ਗਾਣਾ। ਮੇਰਾ ਅਖੀਰਲਾ ਸਵਾਲ ਹੈ, ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ ਵੀ ਤੁਸੀਂ ਇੱਕ ਪਟੀਸ਼ਨ ਦਾਇਰ ਕੀਤੀ ਸੀ, ਉਸ ਕੇਸ ਦਾ ਕੀ ਬਣਿਆ? ਉਹਦੇ ਵਿੱਚ ਕੁਝ ਪਾਰਟੀਆਂ ਉਹਦੇ 'ਚ ਐਕਸਪਾਰਟੀ ਹੋ ਚੁੱਕੀਆਂ, ਕੁਝ ਵਾਸਤੇ ਪਬਲੀਕੇਸ਼ਨ ਦੇ ਆਰਡਰ ਹੋਏ ਨੇ। ਉਹਦੀ 6/9 ਹੈ, ਇਹਦੀ 8 ਹੈ, ਉਹਦੀ 6 ਹੈ। ਅਗਲੀਆਂ ਡੇਟਾਂ ਇਕੱਠੀਆਂ ਪੈਣਗੀਆਂ। ਸੋ ਸੇਮ ਡੇਟ ਤੇ ਇੱਕੋ ਕੋਰਟ ਹੈ, ਉਹਦੇ ਵਿੱਚ ਸੁਣਵਾਈ ਹੋਇਆ ਕਰੇਗੀ। ਸੋ ਮੇਰਾ ਟਾਈਮ ਬਚ ਜਾਏਗਾ, ਇੱਕ ਵਾਰੀ ਆ ਕੇ 2 ਕੰਮ ਕਰ ਲਾਂਗਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤਾਂ ਇਹ ਸਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੁਨੀਲ ਮੱਲਣ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਆਖਿਰਕਾਰ ਮਨਕੀਰਤ ਔਲਖ ਦੇ ਵੱਲੋਂ ਜੋ ਵਕੀਲਾਂ ਨੂੰ ਲੈ ਕੇ ਆਪਣੇ 8 ਰਫਲਾਂ ਗੀਤ ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ ਉਹ ਆਪੱਤੀਜਨਕ ਹੈ। ਇਸ ਕਰਕੇ ਉਹਨਾਂ ਦੇ ਵੱਲੋਂ ਅੱਜ ਜੋ ਹੈ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਮਨਕੀਰਤ ਔਲਖ ਦੇ ਖਿਲਾਫ ਜੋ ਹੈ ਇੱਕ ਦੇਸ਼ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ। ਤਾਂ ਦੇਖਦੇ ਹਾਂ ਕਿ ਆਖਿਰਕਾਰ ਹੁਣ ਜੋ 6 ਸਤੰਬਰ ਨੂੰ ਸੁਣਵਾਈ ਹੋਣੀ ਆ ਉਸ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਹੈ। ਕੈਮਰਾਮੈਨ ਸੂਰਜ ਦੇ ਨਾਲ ਚੰਡੀਗੜ੍ਹ ਤੋਂ ਨਵਦੀਪ ਮਾਨ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।